ਜਿਹੜਾ ਜ਼ਿਆਦਾ ਮਿਹਨਤ ਕਰੇਗਾ ਉਸ ਉੱਤੇ ਕਿਰਪਾ ਹੁੰਦੀ। ਕਿਉਂ? ਅਸੀਂ ਤਾਂ ਇਦੋਂ ਘੱਟ ਸੁਣਿਆ ਹੀ ਨਹੀਂ। ਸੋ ਜਿਵੇਂ ਕੋਈ ਸਿੰਘ ਨੇ ਬੇਨਤੀ ਕੀਤੀ ਮਹਾਂਪੁਰਸ਼ਾਂ ਕੋਲੇ ਬਈ ਮੈਨੂੰ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਹੈ। ਪਰਮਾਤਮਾ ਕਹਿਣ ਲੱਗੇ 8 ਘੰਟੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਿਆ ਕਰ ਰੋਜ਼। ਜੇ 8 ਘੰਟੇ ਸਿਮਰਨ ਕਰੇਗਾ ਤਾਂ ਜ਼ਰੂਰ ਦਰਸ਼ਨ ਦੇਣਗੇ ਮਹਾਰਾਜ। ਕਿਉਂਕਿ ਮਹਾਰਾਜ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਕਿ ਐਵੇਂ ਹੀ 10 ਮਿੰਟ 'ਚ ਹੀ ਮਿਲ ਲਿਆ ਮਹਾਰਾਜ ਨੂੰ। ਮਹਾਰਾਜ ਤਾਂ ਬਹੁਤ ਵੱਡੀ ਹਸਤੀ ਹੈ, ਅਕਾਲ ਪੁਰਖ ਆਪ ਨੇ। ਇਸ ਕਰਕੇ ਜੇ ਮਹਾਰਾਜ ਨੂੰ ਮਿਲਣਾ ਹੈ ਤਾਂ ਫਿਰ ਮਹਾਰਾਜ ਤਾਂ ਕਹਿੰਦੇ ਨੇ ਜੇ ਤੂੰ ਮੈਨੂੰ ਮਿਲਣਾ ਹੈ ਜਾਓ ਤਾਂ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੋਈ ਆਓ। ਸਿਰ ਦਾ ਮਤਲਬ ਇਹੀ ਹੁੰਦਾ ਕਿ ਸਵਾਦ ਤਿਆਗ ਦੇਣੇ ਤੇ ਸਿਮਰਨ ਕਰਨਾ। ਪ੍ਰਭੂ ਕੋ ਸਿਮਰਹਿ ਸਦਾ ਅਵਿਨਾਸ਼ੀ। ਜਿਹੜੇ ਪ੍ਰਭੂ ਦਾ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਵਾਹਿਗੁਰੂ ਵਾਹਿਗੁਰੂ, ਉਹ ਜੀਵ ਖੁਦ ਵੀ ਨਾਸ਼ ਤੋਂ ਰਹਿਤ ਹੋ ਜਾਂਦੇ ਨੇ। ਉਹ ਅੱਜ ਵੀ ਜਿਉਂਦਿਆਂ ਦੀ ਗਿਣਤੀ ਵਿੱਚ ਨੇ। ਉਹ ਅੱਜ ਵੀ ਕਿਤੇ ਨਹੀਂ ਗਏ ਹਨ, ਹਾਜ਼ਰ ਨਾਜ਼ਰ ਨੇ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਸਿਮਰਨ ਕਰਨ ਉਹ ਬੰਦੇ ਲੱਗਦੇ ਨੇ ਜਿਨ੍ਹਾਂ ਦੇ ਉੱਤੇ ਆਪ ਵਾਹਿਗੁਰੂ ਜੀ ਖੁਦ ਦਿਆਲ ਹੋ ਜਾਣ। ਉਹ ਸਿਮਰਨ ਕਰਨ ਲੱਗ ਜਾਂਦੇ ਨੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਜਿਨ੍ਹਾਂ ਦੇ ਉੱਤੇ ਦਿਆਲੂ ਨੇ ਉਹ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਤੇ ਨਹੀਂ ਹਨ ਦਿਆਲੂ ਉਹ ਕਹਿੰਦਾ ਮੈਂ ਨਹੀਂ ਬੋਲਦਾ ਹੈ। ਅੰਦਰੋਂ ਹੀ ਮਨ ਨੂੰ ਪ੍ਰੇਰਨਾ ਦਿੰਦੇ ਹਨ। ਨਾਨਕ ਜਨ ਕੀ ਮੰਗੈ ਰਵਾਲਾ। ਮੈਂ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਹੇ ਵਾਹਿਗੁਰੂ ਆਪ ਜੀ ਤੋਂ ਬੇਨਤੀ ਕਰਦਾ ਮੈਨੂੰ ਚਰਨ ਧੂੜੀ ਦੇ ਦਿਓ ਉਹਨਾਂ ਦੀ। ਜਿਹੜੇ ਤੇਰਾ ਸਿਮਰਨ ਕਰਦੇ ਨੇ ਉਹਨਾਂ ਦੀ ਚਰਨ ਧੂੜੀ ਮੈਨੂੰ ਆਪ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ ਤਾਂ ਕਿ ਮੇਰਾ ਵੀ ਭਲਾ ਹੋ ਜਾਵੇ। ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ। ਪਰਮੇਸ਼ਰ ਦਾ ਸਿਮਰਨ ਕਰਨ ਵਾਲਾ ਬੰਦਾ ਸੁਤੇ ਸਿੱਧੀ ਪਰਉਪਕਾਰੀ ਹੋ ਜਾਂਦਾ। ਜਿਹੜਾ ਬੰਦਾ ਸਿਮਰਨ ਕਰਦਾ ਹੈ ਉਹਦੇ ਅੰਦਰ ਦਇਆ, ਧਰਮ, ਸਤ, ਸੰਤੋਖ, ਗਿਆਨ ਸੁਤੇ ਸਿੱਧੀ ਆ ਜਾਂਦੇ ਨੇ। ਪਰ ਉਪ ਤੇ ਕਾਰੀ। ਪਰ ਪਰਾਏ ਦੇ ਉਪ ਨੇੜੇ ਹੋ ਕੇ ਉਹਦਾ ਕਾਰਜ ਸਵਾਰਨਾ ਜਿਹੜਾ ਹੈ ਇਹਨੂੰ ਕਹਿੰਦੇ ਨੇ ਪਰ ਉਪਕਾਰੀ। ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ। ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਸਦਾ ਹੀ ਬਲਿਹਾਰ ਜਾਵਾਂ। ਹਉ ਕੁਰਬਾਨੈ ਜਾਉ ਮਿਹਰਬਾਨਾ। ਹਉ ਕੁਰਬਾਨੈ ਜਾਉ। ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ। ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ। ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ। ਜਿਹੜੇ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਇਨਸਾਨ ਨੇ ਉਹ ਹਮੇਸ਼ਾ ਉਹਨਾਂ ਦੇ ਮੁਖੜੇ ਜਿਹੜੇ ਨੇ ਸੋਭਨੀਕ ਲੱਗਦੇ ਨੇ, ਸੋਹਣੇ ਹੁੰਦੇ ਨੇ। ਪੰਜਵੇਂ ਪਾਤਸ਼ਾਹ ਮਹਾਰਾਜ ਆਪ ਹੋਰ ਵੀ ਵਚਨ ਕਰਦੇ ਨੇ ਸੇ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ। ਸਿਮਰਨ ਕਰਨ ਵਾਲੇ ਦਾ ਮੁਖ ਜਿਹੜਾ ਹੁੰਦਾ ਹੈ ਉਹਦਾ ਰੰਗ ਤਵੇ ਵਰਗਾ ਕਾਲਾ ਸੀ, ਪਰ ਕਾਲਾ ਰੰਗ ਸੀ ਬੜਾ ਉਹਦਾ। ਪਹਿਲਾਂ ਤਾਂ ਅਸੀਂ ਉਹਨੂੰ ਛੇੜਦੇ ਹੁੰਦੇ ਸੀ ਵੀ ਕਾਲਾ ਹੈ, ਉਹਦਾ ਨਾਂ ਹੀ ਕਾਲਾ ਰੱਖਤਾ। ਪਹਿਲਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇੰਨਾ ਅਭਿਆਸ ਕਰਦਾ। ਫਿਰ ਜਦ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਤਾਂ ਬੰਦਾ ਬਹੁਤ ਪਾਠ ਕਰਦਾ, ਇਹ ਤਾਂ 22 ਘੰਟੇ ਨਿਤਨੇਮ ਇਹਦਾ ਤਾਂ, ਫਿਰ ਅਸੀਂ ਚੁੱਪ ਹੋਣ ਲੱਗ ਗਏ ਵੀ। ਫਿਰ ਉਹਦੇ ਨਾਲ ਰਹਿੰਦੇ ਕਾਫੀ ਸਮਾਂ ਬਤੀਤ ਹੋ ਗਿਆ। ਉਹ ਹੌਲੀ ਹੌਲੀ ਉਹਦਾ ਰੰਗ ਲਾਲ ਸੁਰਖ ਹੋ ਗਿਆ। ਉਹ ਕਾਲਾ ਰੰਗ ਤੋਂ ਲਾਲ ਹੋ ਗਿਆ ਉਹਦਾ, ਮੁੜ ਕੇ ਉਹ ਰੰਗ ਹੀ ਬਦਲ ਗਿਆ ਉਹਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਮੁਖੜੇ ਇੰਨੇ ਸੁੰਦਰ ਹੋ ਜਾਂਦੇ ਨਾਮ ਜਪਣ ਵਾਲਿਆਂ ਦੇ ਕਿ ਉਹ ਜੀ ਕਰਦਾ ਉਹਨਾਂ ਦੇ ਦਰਸ਼ਨ ਕਰਦੇ ਹੀ ਰਹੀਏ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਮੁਖੜੇ ਸੋਹਣੇ ਹੋ ਜਾਂਦੇ, ਨਾਮ ਜਪਣ ਵਾਲਿਆਂ ਦੇ ਦਰਸ਼ਨੀ ਚਿਹਰੇ ਹੋ ਜਾਂਦੇ ਨੇ। ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ।
ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਸੁੱਖਾਂ ਵਿੱਚ ਹੀ ਬਤੀਤ ਹੁੰਦੀ ਹੈ ਰਾਤ ਦਿਨ, ਕਿਉਂਕਿ ਇੱਕ ਤੇ ਉਹਨਾਂ ਦੀ ਅਵਸਥਾ ਇੱਥੇ ਪਹੁੰਚ ਜਾਂਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਵਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਉਹ ਦੁੱਖ ਦੇ ਹੁੰਦਿਆਂ ਵੀ ਦੁਖੀ ਨਹੀਂ, ਇਸ ਕਰਕੇ ਕਿਉਂਕਿ ਉਹਨਾਂ ਦੇ ਅੰਦਰ ਆਤਮਿਕ ਆਨੰਦ ਪ੍ਰਗਟ ਹੋ ਗਿਆ। ਪ੍ਰਭ ਕੋ ਸਿਮਰਹਿ ਤਿਨਿ ਆਤਮ ਜੀਤਾ, ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਹੈ ਉਹਨਾਂ ਨੇ ਮਨ ਨੂੰ ਜਿੱਤ ਲਿਆ, ਉਹਨਾਂ ਨੇ ਆਪਣਾ ਆਪ ਜਿੱਤ ਲਿਆ। ਜਿਨ੍ਹਾਂ ਨੇ ਦੁਨੀਆ ਨੂੰ ਜਿੱਤਣਾ ਸੌਖਾ ਹੈ, ਪਰ ਆਪਣੇ ਆਪ ਨੂੰ ਜਿੱਤਣਾ ਬਹੁਤ ਔਖਾ। ਆਪਣੀਆਂ ਅੱਖਾਂ ਨੂੰ ਜਿੱਤਣਾ, ਆਪਣੇ ਕੰਨਾਂ ਨੂੰ ਜਿੱਤਣਾ, ਜ਼ੁਬਾਨ ਨੂੰ ਜਿੱਤਣਾ, ਹੱਥਾਂ ਪੈਰਾਂ ਨੂੰ ਜਿੱਤਣਾ, ਮਨ ਨੂੰ ਜਿੱਤਣਾ। ਤਾਈਓ ਮਹਾਰਾਜ ਨੇ ਕਿਹਾ ਮਨ ਜੀਤਾ ਜਗ ਜੀਤ। ਜਿਹੜਾ ਇਨਸਾਨ ਮਨ ਨੂੰ ਜਿੱਤ ਲੈਂਦਾ ਹੈ ਉਹ ਜਗਤ ਨੂੰ ਜਿੱਤ ਲੈਂਦਾ। ਜਿਨ੍ਹਾਂ ਦਾ ਆਪਣੇ ਮਨ ਦੇ ਉੱਤੇ ਕਾਬੂ ਪੈ ਗਿਆ ਹੈ ਉਹ ਸਾਰੀ ਦੁਨੀਆ ਨੂੰ ਹੀ ਜਿੱਤ ਲੈਂਦੇ ਨੇ। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ, ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹਨਾਂ ਦੀਆਂ ਰੀਤੀਆਂ ਜਿਹੜੀਆਂ ਹੁੰਦੀਆਂ ਨੇ, ਰੋਜ਼ ਦਾ ਆਚਰਣ ਜਿਹੜਾ ਹੁੰਦਾ ਉਹਨਾਂ ਦਾ ਰਹੁ ਰੀਤੀਆਂ ਨੇ, ਮਰਿਆਦਾਵਾਂ ਨੇ, ਖਾਣਾ ਪੀਣੇ ਹੈ, ਉੱਠਣਾ ਬੈਠਣਾ ਹੈ, ਬੋਲਣਾ ਹੈ, ਦੇਖਣਾ ਹੈ, ਸੁਣਨਾ ਹੈ, ਤੁਰਨਾ ਹੈ, ਇਹ ਹਰੇਕ ਚੀਜ਼ ਉਹਨਾਂ ਦੀ ਨਿਰਮਲ ਹੋ ਜਾਂਦੀ। ਉਹਨਾਂ ਦੀ ਬੋਲੀ ਵਿੱਚ ਇੰਨਾ ਕਿ ਉਹਨਾਂ ਨੇ ਇੱਕ ਵੀ ਅੱਖਰ ਕੌੜਾ ਨਹੀਂ ਬੋਲਣਾ। ਇੱਕ ਐਸੇ ਹੀ ਮਹਾਂਪੁਰਸ਼ ਬ੍ਰਹਮ ਗਿਆਨੀ ਦੇ ਨਾਲ ਕਿਤੇ ਜਾਣ ਦਾ ਮੌਕਾ ਲੱਗਿਆ। ਕਿਸੇ ਦੇ ਅਸੀਂ ਘਰ ਚਲੇ ਗਏ, ਬਾਰ-ਬਾਰ ਖੇਤਾਂ 'ਚ ਘਰ ਸੀ ਉਹਨਾਂ ਦਾ। ਜਦੋਂ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ, ਉਹ ਇੰਨੇ ਮੈਂ ਦੇਖੇ ਵੀ ਅੱਖਰ ਨਹੀਂ ਬੋਲਦੇ ਮਾੜਾ। ਕਹਿੰਦੇ ਭਾਈ ਇਹਨੂੰ ਬੰਨ੍ਹ ਲਓ। ਭਾਵ ਉਹਨਾਂ ਦਾ ਕੁੱਕਰ ਖੁੱਲ੍ਹਾ ਫਿਰਦਾ ਸੀ। ਉਹਨਾਂ ਨੇ ਇਹ ਅੱਖਰ ਵੀ ਨਹੀਂ ਵਰਤਣਾ। ਆਪਾਂ ਤਾਂ ਆਰਾਮ ਨਾਲ ਹੀ ਕਹਿ ਦਿੰਦੇ ਹਾਂ। ਸੋ ਇਸ ਕਰਕੇ, ਕਿਉਂਕਿ ਜਿਹੜਾ ਵੀ ਭੈੜਾ ਅੱਖਰ ਹੋਏਗਾ ਉਹਨੂੰ ਵਰਤਣਗੇ ਨਹੀਂ। ਇਹਨੂੰ ਭਾਈ ਬੰਨ੍ਹ ਲਓ। ਕਹਿੰਦੇ ਜੀ ਇਹ ਕੁਛ ਨਹੀਂ ਕਹਿੰਦਾ। ਕਹਿੰਦੇ ਨਹੀਂ ਭਾਈ, ਫੇਰ ਵੀ ਆਪਣਾ ਵਿਹਾਰ ਕਰ ਜਾਂਦੇ ਹੁੰਦੇ ਨੇ ਇਹ। ਹੁਣ ਇਹਦੇ 'ਚ ਕੌੜੇ ਅੱਖਰ ਕਿਹੜੇ ਕਿਹੜੇ ਆਉਂਦੇ ਆ? ਇੱਕ ਤਾਂ ਆਉਂਦਾ ਕੁੱਤਾ, ਕੁੱਤਾ ਬੰਨ੍ਹ ਲਓ, ਕਿਉਂ? ਕੁੱਤਾ ਅੱਖਰ ਹੀ ਨਹੀਂ ਵਰਤਦੇ ਹੈ। ਜਾਂ ਆਪਾਂ ਕਹਿੰਦੇ ਵੱਢ ਲਵੇਗਾ ਇਹ ਅੱਖਰ ਵੀ ਨਹੀਂ ਉਹਨਾਂ ਨੇ ਵਰਤਿਆ। ਭਾਈ ਇਹਨੂੰ ਬੰਨ੍ਹ ਲਓ, ਇਹ ਆਪਣਾ ਵਿਹਾਰ ਕਰ ਜਾਂਦੇ ਹੁੰਦੇ ਨੇ। ਮਤਲਬ ਬੋਲੀ ਵਿੱਚ ਹੀ ਫਰਕ ਪੈ ਜਾਂਦਾ, ਤੁਰਨ ਵਿੱਚ ਫਰਕ ਹੁੰਦਾ, ਖਾਣ ਵਿੱਚ ਫਰਕ ਹੁੰਦਾ। ਉਹਨਾਂ ਦੀਆਂ ਸਾਰੀਆਂ ਰਹੁ ਰੀਤੀਆਂ ਹੀ ਤਬਦੀਲ ਹੋ ਜਾਂਦੀਆਂ ਨੇ ਸਿਮਰਨ ਕਰਨ ਵਾਲਿਆਂ ਦੀਆਂ। ਪ੍ਰਭ ਕਉ ਸਿਮਰਹਿ ਤਿਨ ਆਨੰਦ ਕੰਧੇਰੇ, ਪਰਮੇਸ਼ਰ ਦਾ ਸਿਮਰਨ ਕਰਨ ਵਾਲਿਆਂ ਨੂੰ ਰਾਤ ਦਿਨ ਬਹੁਤ ਹੀ ਮਾਨੋ ਆਨੰਦ ਦੇ ਸਮੁੰਦਰ ਵਿੱਚ ਹੀ ਲੀਨ ਹੋ ਜਾਂਦੇ ਨੇ। ਬਹੁਤ ਆਨੰਦ ਪ੍ਰਾਪਤ ਹੁੰਦੇ ਨੇ। ਮਸਤੀ ਚੜ੍ਹ ਜਾਂਦੀ, ਨਾਮ ਦੀ ਖੁਮਾਰੀ ਚੜ੍ਹੀ ਰਹਿੰਦੀ। ਹਰ ਵਕਤ ਉਹਨਾਂ ਨੂੰ ਆਨੰਦ ਬਣਿਆ ਰਹਿੰਦਾ ਹੈ। ਪ੍ਰਭ ਕਉ ਸਿਮਰਹਿ ਬਸਹਿ ਹਰ ਨੇਰੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਜਿਹੜੇ ਨੇ ਉਹ ਰੱਬ ਦੀ ਹਜ਼ੂਰੀ ਵਿੱਚ ਵਸਦੇ ਨੇ। ਉਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਨੇ। ਵਾਹਿਗੁਰੂ ਉਹਨਾਂ ਦੇ ਕੋਲ ਹੈ, ਉਹ ਵਾਹਿਗੁਰੂ ਦੇ ਕੋਲ ਨੇ। ਇੱਕ ਦੂਜੇ ਦੇ ਵਿੱਚ ਲੀਨ ਹੋ ਜਾਂਦੇ ਨੇ। ਸੰਤ ਕਿਰਪਾ ਤੇ ਅੰਦਿਨ ਜਾਗ, ਸਤਿਗੁਰੂ ਦੀ ਕਿਰਪਾ ਨਾਲ, ਸੰਤਾਂ ਮਹਾਤਮਾ ਦੀ ਕਿਰਪਾ ਨਾਲ ਉਹ ਰਾਤ ਦਿਨ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਸਿਮਰਨ ਕਰਨ ਵਾਲਾ ਰਾਤ ਦਿਨ ਜਾਗਦਾ ਹੀ ਰਹਿੰਦਾ। ਦੇਖਣ ਨੂੰ ਭਾਵੇਂ ਲੱਗੇ ਕਿ ਸੁੱਤਾ ਪਿਆ ਹੈ, ਕਿਉਂਕਿ ਬ੍ਰਹਮ ਗਿਆਨੀ ਦਾ ਇਹ ਹਿਸਾਬ ਹੁੰਦਾ, ਇਹ ਜੇ ਸੁੱਤੇ ਵੀ ਹੋਣਗੇ ਨਾ ਤਾਂ ਵੀ ਦੇਖੀ ਜਾਂਦੇ ਹੁੰਦੇ ਨੇ, ਕਿਉਂਕਿ ਅੰਦਰਲੀਆਂ ਅੱਖਾਂ ਨਾਲ ਦੇਖਣਾ ਹੁੰਦਾ। ਕਿਉਂਕਿ ਸਰੀਰ ਸੌਂਦਾ, ਮਨ ਨਹੀਂ ਸੌਂਦਾ। ਜੇ ਆਪਾਂ ਕਹੀਏ ਇਹ ਨਹੀਂ ਕਿਹੜਾ ਦੇਖਿਆ, ਉਹ ਸਭ ਦੇਖਦੇ ਹਨ। ਸਤਿਗੁਰੂ ਨੂੰ ਆਪਾਂ ਹੁਣ ਇਹੀ ਸਮਝਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਮ ਲੋਕ ਜਿਹੜੇ ਨੇ ਨਾ, ਆਮ ਜੇ ਲੋਕ, ਉਹ ਇਹ ਸਮਝਦੇ ਵੀ ਮਹਾਰਾਜ ਕਿਹੜਾ ਦੇਖਦੇ ਆ। ਪਰ ਮਹਾਰਾਜ, ਆਪਾਂ ਇਹ ਸਮਝਦੇ ਆ ਕਿ ਆਹ ਜਿਹੜੀਆਂ ਅੱਖਾਂ ਸਾਡੇ ਲੱਗੀਆਂ, ਮਹਾਰਾਜ ਦੇ ਲੱਗੀਆਂ ਨਹੀਂ ਹੋਈਆਂ। ਪਰ ਇਹ ਨਹੀਂ ਜਾਣਦੇ ਕਿ ਅੰਤਰੀਵ ਅੱਖਾਂ ਨੇ ਜਿਹੜੀਆਂ ਹਰ ਵਕਤ ਆਪਣੇ ਤੇ ਨਿਗਾਹ ਰੱਖਦੀਆਂ ਨੇ। ਨਾਨਕ ਸਿਮਰਨ ਪੂਰਾ ਭਾਗ, ਪੂਰਿਆਂ ਭਾਗਾਂ ਦੇ ਨਾਲ ਸਿਮਰਨ ਹੁੰਦਾ। ਸਿਮਰਨ ਕਰਨ ਨਾਲ ਭਾਗ ਬਣਦੇ ਨੇ ਤੇ ਪੂਰਿਆਂ ਭਾਗਾਂ ਨਾਲ ਸਿਮਰਨ ਹੁੰਦਾ। ਇਹ ਦੋ ਪੱਖ ਆ ਗਏ ਇਹਦੇ 'ਚ।
ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜਾ ਵਾਹਿਗੁਰੂ ਵਾਹਿਗੁਰੂ ਪਹਿਲਾਂ ਆਪ ਕਰਨਾ ਪੈਂਦਾ, ਫਿਰ ਹੌਲੀ ਹੌਲੀ ਅੰਦਰੋਂ ਵਾਹਿਗੁਰੂ ਪ੍ਰਗਟ ਹੋ ਜਾਂਦਾ। ਇਸ ਕਰਕੇ ਨਾਨਕ ਸਿਮਰਨ ਪੂਰਾ ਭਾਗ, ਪਹਿਲਾਂ ਭਾਗ ਬਣਾਉਣ ਲਈ ਸਿਮਰਨ ਕਰਨਾ ਪੈਂਦਾ, ਫਿਰ ਭਾਗ ਬਣ ਜਾਂਦੇ ਨੇ, ਫਿਰ ਪੂਰਿਆਂ ਭਾਗਾਂ ਵਾਲਾ ਸੁਤ ਹੀ ਸਿਮਰਨ ਕਰਦਾ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਰੇ ਕਾਰਜ ਸੁਤੇ ਸਿੱਧੇ ਪੂਰੇ ਹੋ ਜਾਂਦੇ ਨੇ। ਇੰਨਾ ਸਿਮਰਨ ਆਪਣੇ ਤੋਂ ਹੁੰਦਾ ਨਹੀਂ, ਪਰ ਜੇ ਕੋਈ ਇੰਨਾ ਸਿਮਰਨ ਕਰਦਾ ਹੈ ਤਾਂ ਸੁਭਾਵਕ ਹੀ ਉਹਦੇ ਕਾਰਜ ਆਪਣੇ ਆਪ ਹੀ ਰਾਸ ਹੁੰਦੇ ਨੇ। ਸੋ ਇਹ ਚੀਜ਼ ਜਿਹੜੀ ਹੈ ਅਸਲ ਵਿੱਚ ਜੇ ਤਾਂ ਆਪਾਂ ਬੈਠੇ ਬੈਠੇ ਹੀ ਕਥਾ ਸੁਣੀ ਤੇ ਕਰਨਾ ਕੁਛ ਨਹੀਂ, ਫੇਰ ਆਪਾਂ ਨੂੰ ਇਹਨਾਂ ਅਵਸਥਾਵਾਂ ਦਾ ਗਿਆਨ ਨਹੀਂ ਹੁੰਦਾ। ਇਹ ਅਵਸਥਾ ਦਾ ਗਿਆਨ ਸਿਰਫ ਉਸੇ ਇਨਸਾਨ ਨੂੰ ਹੁੰਦਾ ਹੈ ਜਿਹੜਾ ਇਨਸਾਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੁਝ ਸਿਮਰਨ ਦੇ ਉੱਤੇ ਸਮਾਂ ਲਾਉਂਦਾ ਹੈ, ਜਿਨ੍ਹਾਂ ਦਾ ਨਿਤਨੇਮ ਪਰਪੱਕਤਾ ਵਿੱਚ ਹੈ। ਜੇ ਤੁਸੀਂ ਕਹੋ ਸਾਤੋਂ ਸਵੇਰੇ ਨਹੀਂ ਉੱਠਿਆ ਜਾਂਦਾ ਤਾਂ ਫਿਰ ਰਾਤ ਨੂੰ ਬੈਠੋ। ਜੇ ਇਹਨਾਂ ਅਵਸਥਾਵਾਂ ਦਾ ਇੱਕ ਤਾਂ ਸੁਣਨਾ ਹੈ, ਇੱਕ ਦੇਖਣਾ, ਜਿਵੇਂ ਮਹਾਰਾਜ ਨੇ ਬਚਨ ਕੀਤਾ ਨਾ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਇਹਦੀ ਉਦਾਹਰਨ ਆਪਾਂ ਪਹਿਲਾਂ ਵੀ ਸੁਣੀ ਹੈ। ਜਿਵੇਂ ਕਿਸੇ ਦਾ ਬੱਚਾ ਗਵਾਚ ਗਿਆ ਹੈ, ਗੁੰਮ ਹੋ ਗਿਆ ਹੈ, ਘਰੋਂ ਦੌੜ ਗਿਆ ਹੈ, ਤਾਂ ਫਿਰ ਸਾਰਾ ਪਰਿਵਾਰ ਬੜੇ ਸੋਗ ਦੇ ਵਿੱਚ ਬੈਠਾ, ਪਰ ਕਿਸੇ ਨੇ ਆ ਕੇ ਖਬਰ ਦਿੱਤੀ ਕਿ ਤੁਹਾਡਾ ਬੱਚਾ ਤਾਂ ਫਲਾਣੇ ਥਾਂ ਦੇ ਉੱਤੇ ਅਸੀਂ ਫਲਾਣੇ ਗੁਰਦੁਆਰੇ 'ਚ ਦੇਖਿਆ, ਲੰਗਰ ਦੇ 'ਚ ਸੇਵਾ ਕਰਦਾ। ਇਹ ਜਿਹੜਾ ਅੱਖਰ ਆ ਕੇ ਕਿਸੇ ਨੇ ਦੱਸਿਆ ਹੈ ਵੀ ਉਹ ਤਾਂ ਅਸੀਂ ਆਨੰਦਪੁਰ ਸਾਹਿਬ ਦੇਖਿਆ ਲੰਗਰ 'ਚ, ਇਹ ਖਬਰ ਬੜੀ ਖੁਸ਼ੀ ਦੀ ਹੈ ਕਿ ਦੇਖਿਆ ਹੈ, ਮਿਲ ਗਿਆ ਹੈ। ਇਹ ਹੈਗਾ ਤਿੱਥੈ ਨਾਦ। ਨਾਦ ਹੁੰਦਾ ਕੰਨਾਂ ਨਾਲ ਸੁਣਨਾ, ਸੁਣ ਕੇ ਆਨੰਦ ਆਉਣਾ। ਬਈ ਜਦੋਂ ਬੱਚਾ ਹਫ਼ਤਾ 10 ਦਿਨ 20 ਦਿਨ ਹੋ ਗਏ ਗਵਾਚੇ ਨੂੰ, ਟੱਬਰ ਰੋਟੀ ਨਹੀਂ ਖਾ ਰਿਹਾ, ਮਾਂ ਨੂੰ ਉਸ ਵਕਤ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ, ਵਿਚਾਰੀ ਬਹੁਤ ਕਮਜ਼ੋਰ ਹੋ ਗਈ ਸੋਚ ਸੋਚ ਕੇ। ਜਦੋਂ ਉਹਦੇ ਕੰਨਾਂ 'ਚ ਆਵਾਜ਼ ਪਈ ਕਿ ਮੇਰਾ ਬੱਚਾ ਆਨੰਦਪੁਰ ਸਾਹਿਬ ਲੰਗਰ ਵਿੱਚ ਸੇਵਾ ਕਰ ਰਿਹਾ ਹੈ, ਇਹ ਅੱਖਰ ਜਿਹੜੇ ਨੇ ਮਾਂ ਵਾਸਤੇ ਅੰਮ੍ਰਿਤ ਬਣ ਗਏ ਨੇ। ਜਦ ਉਹਦੇ ਕੰਨਾਂ 'ਚ ਅੱਖਰ ਪਏ ਨੇ ਤਾਂ ਮਾਂ ਦਾ ਚਿਹਰਾ ਖਿੜ ਗਿਆ ਹੈ, ਉੱਠ ਕੇ ਇੱਕਦਮ ਬੈਠੀ ਹੋ ਗਈ। ਹੁਣ ਕੋਈ ਭੁੱਖ ਪਿਆਸ ਨਹੀਂ, ਕੋਈ ਨੀਂਦ ਨਹੀਂ ਉਹਨੂੰ। ਉਸੇ ਵਕਤ ਆਪਣੀ ਗੱਡੀ 'ਚ ਪਹੁੰਚ ਗਏ ਨੇ। ਉੱਥੇ ਦੂਰੋਂ ਜਾ ਕੇ ਦਿਖਾਇਆ ਹੈ, ਦਿਖਾਉਣ ਵਾਲੇ ਨੇ ਕਹਿੰਦੇ ਪਹਿਲਾਂ ਚੰਗੀ ਤਰ੍ਹਾਂ ਦੇਖ ਲਓ, ਕਿਤੇ ਵੈਸੇ ਤਾਂ ਨਹੀਂ ਵੀ ਸ਼ਕਲ ਰਲਦੀ ਹੋਵੇ। ਜਦੋਂ ਜਾ ਕੇ ਨੇੜੇ ਦੇਖਿਆ ਤਾਂ ਉਸ ਵਕਤ ਮਾਂ ਕਹਿਣ ਲੱਗੀ, ਹਾਂ ਮੇਰਾ ਇਹੀ ਪੁੱਤਰ ਹੈ। ਇਹ ਜਿਹੜੀ ਦੇਖਣ ਦੀ ਖੁਸ਼ੀ ਹੋਈ ਮਾਂ ਨੂੰ, ਇਹ ਬਹੁਤ ਜ਼ਿਆਦਾ ਹੋ ਗਈ। ਇਹਨੂੰ ਕਹਿੰਦੇ ਤਿੱਥੈ ਨਾਦ, ਪਹਿਲਾਂ ਸੁਣਿਆ ਸੀ, ਫਿਰ ਵਿਨੋਦ। ਜਿਹੜਾ ਦੇਖਣ ਤੇ ਆਨੰਦ ਉਪਜਿਆ ਹੈ ਮਾਂ ਨੂੰ, ਉਹ ਵਿਨੋਦ ਆਨੰਦ ਕਹਿਲਾਉਂਦਾ। ਫਿਰ ਆਉਂਦਾ ਹੈ ਤਿੱਥੈ ਨਾਦ ਵਿਨੋਦ, ਫਿਰ ਕੋੜ ਆਨੰਦ। ਫਿਰ ਮਾਂ ਕਾਹਲੀ ਦੇ ਨਾਲ ਜਾ ਕੇ ਸੋ ਉਸ ਆਪਣੇ ਪੁੱਤਰ ਨੂੰ ਗਲਵੱਕੜੀ ਵਿੱਚ ਲੈ ਲੈਂਦੀ, ਘੁੱਟ ਕੇ ਪਿਆਰ ਕਰਦੀ। ਇਹਨੂੰ ਕਹਿੰਦੇ ਕੋੜ ਆਨੰਦ। ਉਹ ਮਾਂ ਨੂੰ ਕਰੋੜਾਂ ਗੁਣੇ ਆਨੰਦ ਆਇਆ, ਮੇਰਾ ਗਵਾਚਿਆ ਪੁੱਤਰ ਲੱਭ ਪਿਆ। ਇਸੇ ਪ੍ਰਕਾਰ ਜਿਹੜੀ ਆਪਾਂ ਸਿਮਰਨ ਦੀ ਕਥਾ ਸੁਣਦੇ ਆਂ, ਬਾਣੀ ਦੀ ਕਥਾ ਸੁਣਦੇ ਆਂ, ਇਹ ਸੁਣਨ ਵਿੱਚ ਤਾਂ ਉਨਾ ਹੀ ਆਨੰਦ ਹੈ ਜਿੰਨਾ ਮਾਂ ਨੂੰ ਇਹ ਸੁਣ ਕੇ ਆਨੰਦ ਆਇਆ ਕਿ ਤੇਰਾ ਪੁੱਤਰ ਉੱਥੇ ਹੈ। ਇਹ ਜਿੰਨਾ ਆਨੰਦ ਹੁਣ ਆਪਾਂ ਨੂੰ ਕਥਾ 'ਚ ਆਉਂਦਾ, ਆਪਾਂ ਕਹਿੰਦੇ ਬੜਾ ਆਨੰਦ ਆਇਆ, ਇਹ ਤਾਂ ਕੁਝ ਵੀ ਨਹੀਂ ਹੈ। ਇਹ ਕਿਤੇ ਆਨੰਦ ਦੀ ਅਖੀਰਲੀ ਅਵਸਥਾ ਤਾਂ ਨਹੀਂ ਹੈ। ਇਹ ਤਾਂ ਆਪਣਾ ਉਹ ਆਨੰਦ ਹੈ ਜਿਹੜਾ ਨਾਦ। ਨਾਦ ਹੁੰਦਾ ਸੁਣਨਾ। ਕਥਾ ਸੁਣ ਕੇ ਹੀ ਜੇ ਆਨੰਦ ਇੰਨਾ ਆਉਂਦਾ ਹੈ ਤਾਂ ਫਿਰ ਦਰਸ਼ਨ ਕਰਕੇ ਕਿੰਨਾ ਆਨੰਦ ਆਵੇਗਾ। ਤੇ ਫਿਰ ਉਹ ਸਮਾਂ ਜਦੋਂ ਆਵੇਗਾ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹ ਕਬ ਗਲ ਲਾਵਾਂਗੇ। ਇਹ ਕੋੜ ਆਨੰਦ ਦੀ ਅਵਸਥਾ ਹੈ। ਜਦ ਇੱਕ ਸਿੰਘ ਨੂੰ ਦਰਸ਼ਨ ਹੋਏ ਮਾਤਾ ਸਾਹਿਬ ਕੌਰ ਜੀ ਦੇ,
ਜਾਂ ਮਾਤਾ ਜੀ ਬਹੁਤ ਪਿਆਰ ਕਰਦੇ ਗੁਰਸਿੱਖਾਂ ਨਾਲ। ਆ ਕੇ ਮਾਤਾ ਜੀ ਨੇ ਪੁੱਛਿਆ, ਪੁੱਤਰ ਰੋਂਦਾ ਕਿਉਂ ਹੈ? ਤਾਂ ਉਸ ਵਕਤ ਇਉਂ ਕਹਿ ਕੇ ਨਾਲ ਉਹਨੂੰ ਘੁੱਟ ਕੇ ਆਪਣੀ ਗਲਵੱਕੜੀ 'ਚ ਲੈ ਕੇ ਬੜਾ ਪਿਆਰ ਦਿੱਤਾ। ਉਹ ਸਿੰਘ ਨੂੰ ਮੈਂ ਪੁੱਛਿਆ ਫਿਰ ਕਿੰਨਾ ਕੁ ਆਨੰਦ ਆਇਆ? ਕਹਿੰਦਾ ਮੇਰਾ ਸਰੀਰ ਪਾਟਣ ਵਾਲਾ ਹੋ ਗਿਆ, ਇੰਨੀ ਮੈਨੂੰ ਖੁਸ਼ੀ ਹੋਈ, ਤਿੱਥਾ ਨਾਦ ਵਿਨੋਦ ਕੋੜ ਆਨੰਦ ਵਿੱਚ ਚਲਿਆ ਗਿਆ ਮੈਂ। ਉਹ ਕੋੜ ਆਨੰਦ ਦੀ ਅਵਸਥਾ ਹੈ ਜਦ ਮਹਾਰਾਜ ਗਲ ਨਾਲ ਲਾ ਲੈਂਦੇ ਨੇ ਇਨਸਾਨ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਕਾ ਸਿਮਰਨ ਕਾਰਜ ਪੂਰੇ, ਸਾਰੇ ਕੰਮ ਹੀ ਬਣ ਜਾਂਦੇ ਨੇ। ਪ੍ਰਭ ਕਾ ਸਿਮਰਨ ਕਬਹੁ ਨਾ ਝੂਰੇ। ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਇਨਸਾਨ ਦੇ ਝੋਰੇ, ਚਿੰਤਾ, ਗਮ, ਸੋਗ, ਫਿਕਰ ਮੁੱਕ ਜਾਂਦੇ ਨੇ। ਮਨ ਦੀ ਅਵਸਥਾ ਚੜ੍ਹਦੀ ਕਲਾ 'ਚ ਹੀ ਰਹਿੰਦੀ ਹੈ। ਭਾਵੇਂ ਅਨੰਦਪੁਰ ਸਾਹਿਬ ਦਾ ਕਿਲਾ ਤਿਆਗਿਆ ਆਪ ਜੀ ਨੇ, ਇਹ ਤਾਂ ਨਹੀਂ ਕਿ ਮੇਰਾ ਕਿਲਾ ਖੋਹ ਲਿਆ, ਮੇਰਾ ਐ ਹੋ ਗਿਆ, ਇਹ ਦੁਨਿਆਵੀ ਲੋਕ ਕਰਦੇ ਨੇ। ਮਹਾਰਾਜ ਤਾਂ ਚੜ੍ਹਦੀ ਕਲਾ 'ਚ ਹੀ ਰਹੇ, ਉਹ ਦਿਖਾਇਆ ਸੀ ਆਪਾਂ ਨੂੰ ਕਿ ਚੜ੍ਹਦੀ ਕਲਾ 'ਚ ਹੀ ਰਹਿਣਾ। ਸਮਾਨ ਇੱਧਰ ਉੱਧਰ ਬਿਖਰ ਜਾਂਦਾ ਬੜੀ ਵਾਰ ਜ਼ਿੰਦਗੀ 'ਚ, ਕਈ ਕੁਛ ਹੋ ਜਾਂਦਾ, ਪਰ ਰੱਬ ਦੇ ਪਿਆਰੇ ਝੂਰੇ ਵਿੱਚ ਨਹੀਂ ਆਉਂਦੇ, ਝੋਰਿਆਂ ਵਿੱਚ ਨਹੀਂ ਫਸਦੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ। ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਦੀ ਜਿਹੜੀ ਬੋਲ ਬਾਣੀ ਹੈ ਉਹ ਪ੍ਰਭੂ ਦੇ ਗੁਣਾਂ ਵਾਲੀ ਹੋ ਜਾਂਦੀ। ਜਿਹੜੇ ਗੁਣ ਪ੍ਰਭੂ ਵਿੱਚ ਨੇ ਉਹੀ ਮਨੁੱਖ ਵਿੱਚ ਆ ਜਾਂਦੇ ਨੇ। ਉਹ ਹਰ ਵਕਤ ਹਰੀ ਦੇ ਗੁਣਾਂ ਦੀ ਬਾਣੀ ਨੂੰ ਹੀ ਬੋਲਦਾ। ਉਹ ਜਦੋਂ ਬੋਲਦਾ ਬਾਣੀ ਦੀਆਂ ਪੰਕਤੀਆਂ ਹੀ ਬੋਲਦਾ ਹੈ, ਸਾਖੀਆਂ ਬੋਲਦਾ ਹੈ, ਪਾਠ ਕਰਦਾ ਹੈ। ਪਰ ਦੂਜੇ ਉਲਟ ਪਾਸੇ ਮਹਾਰਾਜ ਕਹਿੰਦੇ ਮਨਮੁਖ ਜਬ ਬੋਲਾ ਤਬ ਫੀਕੇ। ਦੁਨਿਆਵੀ ਬੰਦਾ ਜਦੋਂ ਵੀ ਗੱਲ ਕਰੇਗਾ ਉਦੋਂ ਫਿੱਕੀ ਗੱਲ ਕਰਨੀ ਉਹਨੇ। ਇਸੇ ਕਰਕੇ ਉਹਦੇ ਕੋਲ ਖੜਨ ਨੂੰ ਜੀ ਨਹੀਂ ਕਰਦਾ, ਬੋਲਣ ਨੂੰ ਜੀ ਨਹੀਂ ਕਰਦਾ ਉਹਦੇ ਨਾਲ। ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪਰਮੇਸ਼ਰ ਦਾ ਸਿਮਰਨ ਜਿਹੜਾ ਹੈ, ਜਿਹਨੂੰ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੰਨਾ ਪਾਠ ਵਾਹਿਗੁਰੂ ਮੰਤਰ ਤੇ ਹੀ ਚੱਲ ਰਿਹਾ ਆਪਣਾ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਇੰਨਾ ਆਪਾਂ ਨੂੰ ਮਨੁੱਖ ਨੂੰ ਸਮਝਾਉਂਦੇ, ਇੰਨੇ ਲਾਭ ਨੇ। ਵਾਹਿਗੁਰੂ ਵਾਹਿਗੁਰੂ ਕਰਦਿਆਂ ਇਸ ਇਨਸਾਨ ਦੀ ਅਵਸਥਾ ਸਹਿਜ ਆਤਮਿਕ ਅਡੋਲ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ। ਪ੍ਰਭ ਕਾ ਸਿਮਰਨ ਨਿਹਚਲ ਆਸਨ। ਪਰਮੇਸ਼ਰ ਦੇ ਸਿਮਰਨ ਦੁਆਰਾ ਇਹਨੂੰ ਅਚਲ ਆਸਣ ਦੀ ਪ੍ਰਾਪਤੀ ਹੁੰਦੀ। ਅਟਲ ਭਇਓ ਧਰੂ ਜਾ ਕੇ ਸਿਮਰਨ ਔਰ ਨਿਰਭੈ ਪਦ ਪਾਇਆ। ਪਰਮੇਸ਼ਰ ਦੇ ਸਿਮਰਨ ਕਰਨ ਵਾਲਿਆਂ ਦਾ ਆਸਣ ਕੋਈ ਚੁੱਕ ਨਹੀਂ ਸਕਦਾ ਦੁਨੀਆ ਵਿੱਚ ਵੀ। ਜੇ ਕੋਈ ਪੰਗਾ ਲੈਣ ਦਾ ਯਤਨ ਕਰਦਾ ਉਲਟਾ ਕੇ ਸਿੱਟ ਦਿੰਦੇ। ਹੁਣ ਵੀ ਬਾਬਾ ਸ਼੍ਰੀ ਚੰਦ ਦੇ ਸਥਾਨ ਤੇ ਬਾਬਾ ਸ਼੍ਰੀ ਚੰਦ ਦੀ ਸ਼ਕਤੀ ਤਾਂ ਬਹੁਤ ਜ਼ਿਆਦਾ ਹੈ, ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਬਹੁਤ ਹੈ। ਨਾਲੇ ਕੋਈ ਆਪ ਜੀ ਕੋਈ ਛੋਟੀ ਮੋਟੀ ਹਸਤੀ ਥੋੜੀ ਹੈ, ਕੋਈ ਐਵੇਂ ਹੀ ਕਿਤੇ ਰੋਇਆ ਫਿਰਦਾ, ਕੋਈ 84 ਚੋਂ ਆ ਗਿਆ ਇਹ ਤਾਂ ਬਹੁਤ ਵੱਡੀ ਹਸਤੀ ਹੈ ਬਾਬਾ ਸ਼੍ਰੀ ਚੰਦ ਜੀ। ਮਹਾਰਾਜ ਨੂੰ ਬੇਨਤੀ ਕਰਕੇ ਹੀ ਸਾਹਿਬਜ਼ਾਦੇ, ਇਹਨਾਂ ਦਾ ਆਪਣਾ ਜਨਮ ਵੀ ਇਸ ਤਰ੍ਹਾਂ ਹੀ ਹੈ, ਪਿਛਲੇ ਜਨਮ ਵੀ ਇਸ ਤਰ੍ਹਾਂ ਹੀ ਰਹਿੰਦੇ ਨੇ ਪਹਾੜਾਂ ਪੂੜਾਂ 'ਚ ਹੀ, ਬਸ ਹਮੇਸ਼ਾ ਵੱਖਰੇ ਹੀ ਰਹਿੰਦੇ ਸੰਸਾਰ ਤੋਂ। ਸੋ ਬਾਬਾ ਸ਼੍ਰੀ ਚੰਦ ਦੇ ਸਥਾਨ ਤੇ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦਾ ਧੂਣਾ ਲੱਗਿਆ ਹੋਇਆ, ਚਿਮਟਾ ਗੱਡ ਕੇ ਰੱਖਦੇ ਨੇ, ਕਿਉਂ ਮਰਿਆਦਾ ਆਪੋ ਆਪਣੀ ਡੇਰਿਆਂ ਦੀ। ਤਾਂ ਕੋਈ ਉੱਥੇ ਹੋਰ ਹੀ ਬੰਦੇ ਆ ਗਏ ਕਿ ਇੱਥੇ ਅਸੀਂ ਐਂ ਕਰਨਾ ਉਹ ਕਰਨਾ ਕਰਕੇ ਉਹਨਾਂ ਨੇ ਬਾਬਾ ਸ਼੍ਰੀ ਚੰਦ ਦਾ ਧੂਣਾ ਚੁੱਕਤਾ, ਚੁਮਟਾ ਸਭ ਪੱਟ ਕੇ ਉਧਰ ਮਾਰਿਆ। ਰਾਤ ਨੂੰ ਜਿਹੜਾ ਵੀ ਜੀ ਘਰ ਦਾ ਉਹ ਸਾਰੇ ਉੱਤੇ ਛੱਤ ਨੂੰ ਵੱਜਿਆ ਕਰਨ ਜਾ ਕੇ, ਉਹ ਥੱਲੇ ਡਿੱਗਿਆ ਕਰਨ, ਸਾਰੇ ਟੱਬਰ ਨੂੰ ਬੁਖਾਰ ਹੋ ਗਿਆ। ਸਵੇਰੇ ਭੱਜਿਆ ਮੇਰੇ ਕੋਲੇ, ਕਹਿੰਦਾ ਜੀ ਸਾਡੇ ਤਾਂ ਬੁਰੇ ਹਾਲ ਹੋ ਗਏ ਰਾਤ। ਮੈਂ ਕੀ ਹੋ ਗਿਆ? ਕਹਿੰਦੇ ਮੈਂ ਇਸ ਤਰ੍ਹਾਂ ਕੀਤਾ। ਮੈਂ ਕਿਹਾ ਤੁਸੀਂ ਸ਼੍ਰੀ ਚੰਦ ਜੀ ਨੂੰ ਕੀ ਸਮਝਦੇ ਹੋ ਵੀ ਤੁਸੀਂ ਸਮਝਦੇ ਹੋ ਕਿ ਐਵੇਂ ਹੀ? ਪਹਿਲੀ ਗੱਲ ਤਾਂ ਇਹ ਤੁਹਾਡੇ ਅੰਦਰ ਇੰਨੀ ਕਿੱਥੋਂ ਆ ਗਈ ਗੱਲ ਵੀ ਅਸੀਂ ਗੁਰਸਿੱਖ ਵੱਡੇ ਤੇ ਸ਼੍ਰੀ ਚੰਦ ਜੀ। ਮੈਂ ਕਿਹਾ 6ਵੇਂ ਪਾਤਸ਼ਾਹ ਖੁਦ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਜਿਨ੍ਹਾਂ ਦੇ, ਜੇ ਉਹ ਸ਼੍ਰੀ ਚੰਦ ਜੀ ਆ ਜਾਂਦੇ 5ਵੇਂ ਪਾਤਸ਼ਾਹ ਉੱਠ ਕੇ ਖੜੇ ਹੋ ਜਾਂਦੇ ਹੁੰਦੇ ਸੀ, ਚੌਥੇ ਪਾਤਸ਼ਾਹ ਉੱਠ ਕੇ ਖੜੇ ਹੋ ਜਾਂਦੇ ਸੀ। ਫਿਰ ਸਾਰੇ ਜਾਣੇ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਨੇ, ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਸੀ ਆਪ। ਇਹ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਜਾਣੇ ਆ ਅਸੀਂ, ਗੁਰੂ ਨਾਨਕ ਦੇਵ ਸਾਹਿਬਜ਼ਾਦੇ, ਤੇ ਤੂੰ ਕਿੱਧਰਲਾ ਸਿੰਘ ਆ ਗਿਆ? ਫਿਰ ਜਾ ਕੇ ਮਾਫੀ ਮੰਗੀ, ਦੇਹ ਬਣਾ ਕੇ ਫਿਰ ਟਿਕਾਣਾ ਠੀਕ ਕੀਤਾ, ਫਿਰ ਠੀਕ ਹੋ ਗਿਆ ਉਹ। ਇਸ ਕਰਕੇ ਆਪਾਂ ਕਿਸੇ ਵੀ ਚੀਜ਼ ਦੇ ਜਿਹੜਾ ਸਿਮਰਨ ਵਾਲਾ ਕੋਈ ਵੀ ਹੈ ਨਾ, ਉਹਦੇ ਆਸਣ ਨੂੰ ਪੱਟਣ ਦਾ ਜੇ ਯਤਨ ਕਰਾਂਗੇ ਨਾ, ਉਹ ਫਿਰ ਆਪਾਂ ਉਲਟ ਜਾਵਾਂਗੇ।
किसी चीज़ नूं हिलाउणा नहीं, क्योंकि सिमरन वालियां दा आसन जिहड़ा हिरदे च भी निचल है, दुनिया च भी निचल है, सचखंड दे विच भी निचल आसन मिलदा। प्रभ का सिमरन कमल बेगासन, परमेश्वर का सिमरन करन दे नाल जिहड़ा अपना हिरदा कमल मुद्दा हो चुकिया, मुरझाया पिया है, ये जिवें रात नूं कमल का फुल सूरज के छिपण नाल मुद्दा हो के मुरझाया जा हो जाता, पर सवेर वेले जदों सूरज चढ़दा है तो कमल का फुल फेर खिड़ जाता। इसे तरह ही अपना हिरदा कमल मुरझाया होया सिमरन करदियां 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 हिरदा कमल सीधा होना शुरू हो जाता अते खिड़ जाता है। सो ये सतगुरु महाराज की बख्शिश वाला जी प्राप्त हो जाता। प्रभ का सिमरन अनहद झुनकार, परमेश्वर का सिमरन करदियां करदियां एक रस झुनकार, सुते सिद्धी शब्द की आवाज़ उन्होंने आउंदी रहिंदी है, मिठियां मिठियां सोहणियां आवाज़ां। ये चीज़ां जिहड़ियां हुण वड्डे अभ्यासियां च आउंदियां ने। पंजोखरा साहब असीं रात नूं सुत्ते पए सी, काफ़ी सालां दी गल है, 20-22 साल हो गए ने। पर उत्थे सिंह एक साडे नाल जिहड़ा काफ़ी सिमरन करदा सी, वो दरबार साहब के अगे दरी दे उत्ते लम्मा पिया। रात नूं 12 बजे उहनूं महसूस होवे जिवें संगत छैणे ढोलकियां लैके शब्द पढ़दी आउंदी, वो फिर उठ के बैठा हो जाए भी संगत आ रही है। खब्बा सज्जा देखे फिर कुछ भी ना देखे, फिर सौ जा करे, फिर संगत की आवाज़ आया करे, फिर उठ के बैठा हो जाए। फिर एकदम इन्ना चिट्टा प्रकाश हो गया पंजोखरा साहब गुरुद्वारे के बाहरले पासे, पर उहदे मन च एक हंकार की गल आ गई। ਉਹਦੇ मन च यह आ गया कि जिहड़ा एक होर सिंह सी बड़ी चढ़दी कला वाला, उन्होंने 8वें पातशाह महाराज के दर्शन होए सीगे, कहना लै मैं भी हुण ਉਹਦੇ बराबर पहुंच गया। ये ਉਹਦੇ मन च आ गया, वो प्रकाश उत्थे ही लोप हो गया। फिर सवेरे वो खेतां 'च असीं बाहर नूं निकले सिमरन करन पाठ करन, वो रोई जावे। मैं कहा रोंदा क्यों, तू तो इन्ना नाले मैनूं हौसला दिंदा रहना, हर टाइम इन्ना पाठ करदा, तू अज आप ही रोई जाना। कहना बस रात किरपा हुंदी हुंदी हो रह गई मेरे ते। फिर ये गल उन्हें सारी मैनूं सुणाई। कहना बस मेरे मन च ना माड़ा जिहा हंकार आ गया। सो इस करके बाद च चलो किरपा तो हो गई सी काफ़ी, पर यह जिहड़ा महाराज सच्चे पातशाह कहंदे ने प्रभ का सिमरन अनहद झुनकार, ये एक अवस्था बनदी है कंधां विचों, धरती विचों, आकाश विचों, दरख्तां विचों, बंदियां विचों मिठी मिठी धुनी सुनाई दिंदी वाहिगुरू वाहिगुरू दी नूं। झुनकार हो जाता हिरदे च। सुख प्रभ सिमरन का अंत ना पार, परमेश्वर दे सिमरन दा सुख दा कोई उरार पार नहीं, कोई अंत नहीं। इन्ना सुख मिलता आत्मक तौर ते, जे एक बारी किते अपना मन टिक गया फिर आपां दुनिया वालों गए। बस फिर तो यही जी करदा कि समाधि ला के अंदर ही बैठे रहिए, लोड़ नहीं फिर किसी की। ना कुछ खाण नूं जी करदा, ना कुछ पहनण नूं जी करदा, ना कि ना बोलण नूं जी करदा। फिर वही जी आत्मक आनंद अवस्था च लीन हो जाता है। फिर वो चाहुंदा भी बस कोई ना बुलावे हुण मैनूं, क्योंकि इतना आनंद बन जाता। सिमरै से जन जिन को प्रभ माया। पर महाराज कहते मैं तुहानूं सारिआं नूं फिर यही कहंदा हाँ कि सिमरन सिर्फ उही व्यक्ति कर सकते हैं जिन्हां दे उत्ते वाहिगुरू दी किरपा है। बिना किरपा तो कोई बंदा दरबार साहब नहीं आ सकता, संगत विच नहीं बह सकता, सिमरन नहीं कर सकता। नानक तिन जन सरनी पया। महाराज पंजवें पातशाह कहने जिन्हां उत्ते वाहिगुरू दी किरपा है सिमरन वालियां दे, मैं उन्हां दी जाके शरण विच पैंदा, मैं उन्हां दी सेवा करदा, सिमरन करन वालियां दी सेवा विच हाਜ਼ਰ रहिंदा। मैं तो उन्हां दी शरण विच हाँ कि किरपा करके मैनू भी तारो, कोई मैनू भी सुंदर उपदेश बख्शिश करो। हरि दे सिमरन विच कितनी शक्ति है। पहला प्रभ कै सिमरन आप जी ने उच्चारण किया। हुण परमेश्वर दे नाम नूं फेर कहंदे ने हर सिमरन कर भगत प्रगटाए। हरि दे सिमरन करके ही भगत दुनिया च प्रगट होए ने।
जिन्हां ने भी सिमरन कीता है दुनिया के अंदर सारी दुनिया विच मशहूर हो गए ने।